ਕੈਨੇਡਾ ਦੇ 에ਅਰਪੋਰਟਸ ਦੇ ਉੱਤੇ ਪਹੁੰਚਣ ਵਾਲੇ ਯਾਤਰੀਆਂ ਦੇ ਲਈ ਮੁੜ ਤੋਂ ਕਿਹੜੀ ਹਦਾਇਤ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ, ਇਹ ਦੱਸਾਂਗੇ। ਓਨਟਾਰੀਓ ਵਿੱਚ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਦਾ 5ਵਾਂ ਮਾਮਲਾ ਅੱਜ ਸਾਹਮਣੇ ਆ ਚੁੱਕਿਆ ਹੈ। ਓਨਟਾਰੀਓ ਵਿੱਚ ਘਰ ਨੂੰ ਜੋ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਵਿੱਚ 1 ਸਾਲ ਦੀ ਬੱਚੀ ਨੇ ਦਮ ਤੋੜਿਆ। ਟੈਸਲਾ ਮਾਡਲ 3 ਦੇ ਲਈ ਹੁਣ ਕੈਨੇਡਾ ਸਰਕਾਰ ਨਹੀਂ ਦੇਵੇਗੀ ਰੀਬੇਟ, ਦੱਸਾਂਗੇ ਕਿਉਂ। ਬ੍ਰਿਟਿਸ਼ ਕੋਲੰਬੀਆ ਵਿੱਚ ਹਾਈਵੇ 1 ਨੂੰ ਮੁੜ ਤੋਂ ਐਬਸਫੋਰਡ ਤੇ ਚਿਲਾਵੈਕ ਦਰਮਿਆਨ ਖੋਲ੍ਹਿਆ ਗਿਆ। ਦਵਾਂਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ ਦੇ ਹੜ੍ਹ ਸੰਬੰਧੀ ਹਾਲਾਤ ਦੇ ਬਾਰੇ ਜਾਣਕਾਰੀ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੱਸਾਂਗੇ ਜੋ ਕੈਨੇਡਾ ਦੇ 에ਅਰਪੋਰਟਸ ਦੇ ਉੱਤੇ ਬਾਹਰਲੇ ਮੁਲਕਾਂ ਤੋਂ ਪਹੁੰਚਣ ਵਾਲੇ ਯਾਤਰੀਆਂ ਦੇ ਵਾਸਤੇ ਇੱਕ ਨਵੀਂ ਹਦਾਇਤ ਮੁੜ ਤੋਂ ਲਾਗੂ ਕਰਨ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਕੈਨੇਡਾ ਦੇ ਸਿਹਤ ਵਿਭਾਗ ਦੇ ਵੱਲੋਂ ਜਦੋਂ ਹੀ ਓਮਿਕਰੋਨ ਵੇਰੀਐਂਟ ਕੋਵਿਡ-19 ਦਾ ਸਾਹਮਣੇ ਆਉਣ ਲੱਗਿਆ ਤਾਂ ਐਲਾਨ ਕਰ ਦਿੱਤਾ ਗਿਆ ਸੀ ਕਿ ਕੈਨੇਡਾ ਦੇ 에ਅਰਪੋਰਟਸ ਦੇ ਉੱਤੇ ਬਾਹਰਲੇ ਮੁਲਕਾਂ ਤੋਂ ਦਾਖਲ ਹੋਣ ਵਾਲੇ ਵਿਅਕਤੀ ਫਿਰ ਬੇਸ਼ੱਕ ਉਹ ਫੁੱਲੀ ਵੈਕਸੀਨੇਟਡ ਹੀ ਕਿਉਂ ਨਾ ਹੋਣ, ਉਹਨਾਂ ਦਾ ਕੋਵਿਡ-19 ਦਾ ਟੈਸਟ 에ਅਰਪੋਰਟ ਤੇ ਪਹੁੰਚਣ ਤੇ ਵੀ ਹੋਵੇਗਾ, ਜਿਸ ਤੋਂ ਬਾਅਦ ਇਸ ਦੇ ਬਾਰੇ ਪੂਰੀ ਤਰ੍ਹਾਂ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। 에ਅਰਪੋਰਟਸ ਦੇ ਵੱਲੋਂ ਇਸ ਸਮੇਂ ਕੈਨੇਡਾ ਸਰਕਾਰ ਤੋਂ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਪੁੱਛੀ ਜਾ ਰਹੀ ਹੈ। ਟਰਾਂਸਪੋਰਟ ਕੈਨੇਡਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹ ਛੇਤੀ ਹੀ ਇਸ ਬਾਰੇ ਵਿਸਥਾਰ ਵਿੱਚ ਦੱਸਣਗੇ ਕਿ ਆਉਂਦੇ ਦਿਨਾਂ ਦੇ ਵਿੱਚ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਜਿੰਨੇ ਵੀ ਯਾਤਰੀ ਨੇ ਮੁੜ ਤੋਂ ਉਹਨਾਂ ਦੇ ਵਾਸਤੇ ਜ਼ਰੂਰੀ ਹੋਵੇਗਾ ਕਿ ਕੋਵਿਡ-19 ਦਾ ਟੈਸਟ ਉਹਨਾਂ ਨੂੰ 에ਅਰਪੋਰਟ ਦੇ ਉੱਤੇ ਪਹੁੰਚ ਕੇ ਕਰਵਾਉਣਾ ਪਵੇਗਾ, ਜੋ ਕਿ ਫਿਲਹਾਲ ਹਟਾ ਦਿੱਤਾ ਗਿਆ ਸੀ ਕਿਉਂਕਿ ਜੋ ਫੁੱਲੀ ਵੈਕਸੀਨੇਟਡ ਨੇ ਉਹਨਾਂ ਦੀ ਹੀ ਕੈਨੇਡਾ ਵਿੱਚ ਐਂਟਰੀ ਇਸ ਸਮੇਂ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵਾਸਤੇ ਇਹ ਹਟਾ ਦਿੱਤਾ ਗਿਆ ਸੀ ਕਿ ਕੈਨੇਡਾ ਵਿੱਚ ਪਹੁੰਚ ਕੇ ਵੀ ਉਹਨਾਂ ਨੂੰ ਕੋਵਿਡ-19 ਦਾ ਟੈਸਟ ਕਰਵਾਉਣਾ ਪਵੇਗਾ। ਪਰ ਮੁੜ ਤੋਂ ਇਸ ਨੂੰ ਲਾਗੂ ਕੀਤੇ ਜਾਣ ਦੇ ਬਾਰੇ ਰਣਨੀਤੀ ਬਣਾਈ ਜਾ ਰਹੀ ਹੈ, ਜਿਸ ਦੇ ਲਈ ਹਜੇ ਯਾਤਰੀਆਂ ਲਈ ਤੇ 에ਅਰਪੋਰਟਸ ਦੇ ਲਈ ਪੂਰੀ ਤਰ੍ਹਾਂ ਸਾਫ਼ ਜਾਣਕਾਰੀ ਕੈਨੇਡਾ ਸਰਕਾਰ ਦੇ ਵੱਲੋਂ ਸਾਂਝੀ ਹੀ ਨਹੀਂ ਕੀਤੀ ਗਈ। ਹੁਣ ਤੁਹਾਨੂੰ ਦੱਸਾਂਗੇ ਜੋ ਓਨਟਾਰੀਓ ਦੇ ਵਿੱਚ ਓਮਿਕਰੋਨ ਵੇਰੀਐਂਟ ਦਾ 5ਵਾਂ ਮਾਮਲਾ ਅੱਜ ਸਾਹਮਣੇ ਆਇਆ ਹੈ, ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਓਨਟਾਰੀਓ ਵਿੱਚ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਦਾ 5ਵਾਂ ਮਾਮਲਾ ਸਾਹਮਣੇ ਆ ਚੁੱਕਿਆ ਹੈ। ਜੋ 5ਵਾਂ ਮਾਮਲਾ ਸੂਬੇ ਦਾ ਸਾਹਮਣੇ ਆਇਆ ਹੈ ਉਹ ਗ੍ਰੇਟਰ ਟੋਰਾਂਟੋ ਖੇਤਰ ਵਿੱਚੋਂ ਸਾਹਮਣੇ ਆਇਆ, ਜਿੱਥੇ ਤੋਂ ਇਹ ਪਹਿਲਾ ਮਾਮਲਾ ਹੈ, ਜਿਸ ਦੇ ਬਾਰੇ ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਦੱਖਣੀ ਅਫਰੀਕਾ ਤੋਂ ਜਿੰਨੇ ਵੀ ਯਾਤਰੀ ਵਾਪਸ ਮੁੜੇ ਨੇ ਉਹਨਾਂ ਦੇ ਨਾਲ ਨੇੜੇ ਤੋਂ ਸੰਪਰਕ ਰੱਖਿਆ ਜਾ ਰਿਹਾ ਹੈ, ਜਿਸ ਉੱਤੇ ਧਿਆਨ ਰੱਖਿਆ ਜਾ ਰਿਹਾ ਹੈ ਕਿ ਉਹ ਕਿਸੇ ਹੋਰ ਦੇ ਸੰਪਰਕ ਦੇ ਵਿੱਚ ਵੀ ਨਾ ਆਉਣ, ਜਿਸ ਦੇ ਲਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਵਿੱਚ ਕੋਵਿਡ-19 ਦੇ ਓਮਿਕਰੋਨ ਵੇਰੀਐਂਟ ਨਾਲ ਪੀੜਤ ਹੋਣ ਦੇ ਮਾਮਲੇ ਸਾਹਮਣੇ ਆਏ ਨੇ ਉਸ ਉੱਤੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕਿੱਥੇ ਟਰੈਵਲ ਕਰਕੇ ਆਏ ਸਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਓਮਿਕਰੋਨ ਦੇ ਉੱਤੇ ਹਜੇ ਜਾਂਚ ਚੱਲ ਰਹੀ ਹੈ, ਜਿਸ ਦੇ ਲਈ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜ਼ਿਆਦਾ ਫੈਲਣ ਵਾਲਾ ਵੇਰੀਐਂਟ ਹੈ ਕਿ ਇਸ ਦੇ ਕਰਕੇ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਜਾਂ ਨਹੀਂ। ਫਿਲਹਾਲ ਇਸ ਦੇ ਬਾਰੇ ਕੋਈ ਵੀ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਅੱਗੇ ਜਾਣਕਾਰੀ ਓਨਟਾਰੀਓ ਦੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਦੇ ਬਾਰੇ ਜੋ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਵਿੱਚ 1 ਸਾਲ ਦੀ ਬੱਚੀ ਨੇ ਦਮ ਤੋੜਿਆ, ਪੁਲਿਸ ਨੇ ਦੱਸਿਆ। ਓਨਟਾਰੀਓ ਵਿੱਚ ਕੱਲ ਜੋ ਇੱਕ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਇੱਕ ਮੌਤ ਹੋਈ ਹੈ। ਹੁਣ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਦਰਅਸਲ ਉਹ 1 ਸਾਲ ਦੀ ਬੱਚੀ ਸੀ ਜਿਸ ਨੇ ਦਮ ਤੋੜ ਦਿੱਤਾ। ਰਿਡੋ ਲੇਕਸ ਟਾਊਨਸ਼ਿਪ ਦਾ ਇਹ ਮਾਮਲਾ ਹੈ। ਓਨਟਾਰੀਓ ਦੇ ਵੈਸਟ ਪੋਰਟ ਦੇ ਵਿੱਚ ਕੰਸੈਸ਼ਨ ਰੋਡ 9 ਦੇ ਉੱਤੇ ਇੱਕ ਘਰ ਨੂੰ ਅੱਗ ਲੱਗੀ। ਮੰਗਲਵਾਰ ਦੀ ਰਾਤ ਨੂੰ 9:15 ਵਜੇ ਦਾ ਸਮਾਂ ਸੀ। ਜਦੋਂ ਫਾਇਰ ਫਾਈਟਰ ਮੌਕੇ ਦੇ ਉੱਤੇ ਪਹੁੰਚੇ, ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਇਸ ਮੌਕੇ 2 ਫਾਇਰ ਫਾਈਟਰ ਅੱਗ ਦੇ ਕਰਕੇ ਜ਼ਖਮੀ ਵੀ ਹੋ ਗਏ। ਵੀਰਵਾਰ ਨੂੰ ਪੁਲਿਸ ਨੇ ਪੁਸ਼ਟੀ ਕੀਤੀ ਕਿ 1 ਸਾਲ ਦੀ ਸਮਾਰਾ ਹੋਮਸ ਨਾਮਕ ਬੱਚੀ ਜਿਸ ਨੇ ਦਮ ਤੋੜ ਦਿੱਤਾ ਉਸ ਅੱਗ ਦੇ ਕਰਕੇ, ਜਿਸ ਦੇ ਉੱਤੇ ਹੁਣ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ। ਗੋ ਫੰਡਮੀ ਦੇ ਉੱਤੇ ਪਰਿਵਾਰਕ ਮੈਂਬਰਾਂ ਦੀ ਮਦਦ ਦੇ ਲਈ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ, ਜਿੱਥੇ ਕਿ ਵੀਰਵਾਰ ਦੀ ਦੁਪਹਿਰ ਤੱਕ $24,000 ਇਕੱਠੇ ਕੀਤੇ ਜਾ ਚੁੱਕੇ ਨੇ, ਜਿਸ ਦੇ ਬਾਰੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਿਸੇ ਦੇ ਵੱਲੋਂ ਵੀ ਕੋਈ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਠੋਸ ਇਸ ਮਾਮਲੇ ਦੇ ਬਾਰੇ ਤਾਂ $2,000 ਤੱਕ ਰਿਵਾਰਡ ਵੀ ਮਿਲ ਸਕਦਾ ਹੈ, ਜਿਨ੍ਹਾਂ ਦੇ ਵੱਲੋਂ ਫਿਲਹਾਲ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਛੋਟੀ ਬੱਚੀ ਦੀ ਜਾਨ ਇਸ ਮੌਕੇ ਕਿਵੇਂ ਚਲੀ ਗਈ। ਹੁਣ ਦੱਸਾਂਗੇ ਕਿ ਟੈਸਲਾ ਮਾਡਲ 3 ਗੱਡੀ ਦੇ ਵਾਸਤੇ ਕੈਨੇਡਾ ਸਰਕਾਰ ਦੇ ਵੱਲੋਂ ਰੀਬੇਟ ਕਿਉਂ ਨਹੀਂ ਦਿੱਤੀ ਜਾਵੇਗੀ। ਟੈਸਲਾ ਮਾਡਲ 3 ਗੱਡੀ ਨੂੰ ਉਸ ਸੂਚੀ ਦੇ ਵਿੱਚੋਂ ਕੈਨੇਡਾ ਸਰਕਾਰ ਨੇ ਹਟਾ ਦਿੱਤਾ ਹੈ
ਜਿਨ੍ਹਾਂ ਇਲੈਕਟ੍ਰਿਕ ਗੱਡੀਆਂ ਦੇ ਖਰੀਦਣ ਦੇ ਉੱਤੇ ਕੈਨੇਡਾ ਵਾਸੀਆਂ ਨੂੰ ਰੀਬੇਟ ਮਿਲਦੀ ਹੈ ਕਰੀਬ 5000 ਤੱਕ ਦੀ। ਦਰਅਸਲ ਜਾਣਕਾਰੀ ਸਾਹਮਣੇ ਆਈ ਹੈ ਕਿ ਟੈਸਲਾ ਕੰਪਨੀ ਦੇ ਵੱਲੋਂ ਮਾਡਲ 3 ਜੋ ਉਹਨਾਂ ਦੀ ਗੱਡੀ ਹੈ ਉਸ ਦੀ ਕੀਮਤ ਵਧਾ ਦਿੱਤੀ ਗਈ ਹੈ, ਜੋ ਕਿ ਹੁਣ $59,990 ਕਰ ਦਿੱਤੀ ਗਈ ਹੈ ਤੇ ਇਹ ਕੀਮਤ ਹੁਣ $45,000 ਤੋਂ ਜ਼ਿਆਦਾ ਹੈ। ਤੇ ਕੈਨੇਡਾ ਸਰਕਾਰ ਦੇ ਵੱਲੋਂ ਜੋ ਸੂਚੀ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਰੱਖੀਆਂ ਗਈਆਂ ਨੇ ਉਹਨਾਂ ਦੀ ਕੀਮਤ 45,000 ਜਾਂ ਫਿਰ ਇਸ ਤੋਂ ਘੱਟ ਹੈ, ਜਿਸ ਤੋਂ ਬਾਅਦ ਕੈਨੇਡਾ ਵਾਸੀਆਂ ਨੂੰ ਉਹ ਇਲੈਕਟ੍ਰਿਕ ਵਾਹਨ ਖਰੀਦਣ ਤੇ ਰੀਬੇਟ ਮਿਲਦੀ ਹੈ, ਜੋ ਕਿ ਵਾਤਾਵਰਣ ਦੇ ਅਨੁਕੂਲ ਨੇ ਇਹ ਗੱਡੀਆਂ ਕਿ ਇਲੈਕਟ੍ਰਿਕ ਵਾਹਨ ਨੇ। ਦਰਅਸਲ ਸਾਲ 2019 ਵਿੱਚ ਕੰਪਨੀ ਨੇ ਮਾਡਲ 3 ਦਾ ਰੇਟ ਘੱਟ ਰੱਖਿਆ ਸੀ, ਜੋ ਕਿ $45,000 ਤੱਕ ਤੇ ਇਸ ਤੋਂ ਘੱਟ ਸੀ, ਤਾਂ ਕਿ ਕੈਨੇਡਾ ਵਾਸੀ ਸਰਕਾਰ ਦੇ ਵੱਲੋਂ ਮਿਲਣ ਵਾਲੀ ਰੀਬੇਟ ਦੇ ਵਾਸਤੇ ਯੋਗਤਾ ਰੱਖ ਸਕਣ। ਜਦੋਂ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਹੈ ਉਦੋਂ ਤੋਂ ਹੁਣ ਤੱਕ 35,000 ਟੈਸਲਾ ਦੀਆਂ ਗੱਡੀਆਂ ਜੋ ਕਿ ਲੋਕਾਂ ਵੱਲੋਂ ਖਰੀਦੀਆਂ ਗਈਆਂ ਉਹਨਾਂ ਦੇ ਉੱਤੇ ਕੈਨੇਡਾ ਸਰਕਾਰ ਦੇ ਵੱਲੋਂ ਰੀਬੇਟ ਦਿੱਤੀ ਗਈ ਹੈ, ਜਿਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਕਰੀਬ $500 ਬਿਲੀਅਨ ਤੱਕ ਈਵੀ ਰੀਬੇਟਸ ਦਿੱਤੀਆਂ ਗਈਆਂ ਨੇ ਕੈਨੇਡਾ ਸਰਕਾਰ ਦੇ ਵੱਲੋਂ ਪਿਛਲੇ 3 ਸਾਲ ਦੇ ਵਿੱਚ, ਜਿਨ੍ਹਾਂ ਵਿੱਚੋਂ 1/3 ਤੋਂ ਵੱਧ ਹਿੱਸਾ ਟੈਸਲਾ ਗੱਡੀਆਂ ਦੇ ਉੱਤੇ ਗਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਹਾਈਵੇ 1 ਨੂੰ ਐਬਸਫੋਰਡ ਤੋਂ ਚਿਲਾਵੈਕ ਦੇ ਦਰਮਿਆਨ ਮੁੜ ਤੋਂ ਖੋਲ੍ਹ ਦਿੱਤਾ ਗਿਆ। ਡਰਾਈਵ BC ਨੇ ਅੱਜ ਦੁਪਹਿਰ ਤੋਂ ਹਾਈਵੇ ਮੁੜ ਖੁੱਲ੍ਹਣ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਚਿਲਾਵੈਕ ਤੋਂ ਐਬਸਫੋਰਡ ਦੇ ਦਰਮਿਆਨ ਹਾਈਵੇ 1 ਨੂੰ ਅੱਜ ਦੁਪਹਿਰ ਤੋਂ ਖੋਲ੍ਹ ਦਿੱਤਾ ਗਿਆ। ਡਰਾਈਵ BC ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। drivebc.ca ਦੇ ਉੱਤੇ ਹੋਰ ਵੀ ਜੇਕਰ ਕਿਸੇ ਨੇ ਜਾਣਕਾਰੀ ਦੇਖਣੀ ਹੋਵੇ ਕਿ ਕਿਹੜਾ ਰਾਹ ਬੰਦ ਹੈ ਤੇ ਕਿਹੜਾ ਮੁੜ ਤੋਂ ਖੋਲ੍ਹ ਦਿੱਤਾ ਗਿਆ, ਪੂਰੀ ਜਾਣਕਾਰੀ ਉੱਥੇ ਮੌਜੂਦ ਹੈ। ਐਬਸਫੋਰਡ ਤੋਂ ਹੋਪ ਦੇ ਦਰਮਿਆਨ ਹਾਈਵੇ 1 ਨੂੰ ਖੋਲ੍ਹਣ ਦੇ ਬਾਰੇ ਇਹ ਜਾਣਕਾਰੀ ਦਿੱਤੀ ਗਈ, ਜਿਸ ਦੇ ਵਿੱਚ ਨਾ ਸਿਰਫ ਹਾਈਵੇ 1 ਸਗੋਂ ਹਾਈਵੇ 9 ਦਾ ਪੂਰਬੀ ਖੇਤਰ ਹੋਪ ਤੱਕ ਉਹ ਵੀ ਅੱਜ ਦੁਪਹਿਰ ਨੂੰ ਖੋਲ੍ਹਣ ਦੇ ਬਾਰੇ ਦੱਸਿਆ ਗਿਆ, ਜਿੱਥੇ ਕਿ ਫੌਜੀਆਂ ਦੇ ਵੱਲੋਂ ਟਾਈਗਰ ਡੈਮ ਬਣਾਇਆ ਗਿਆ ਸੀ, ਜੋ ਕਿ ਕਈ ਟਨ ਰੇਤੇ ਨਾਲ ਬਣਾਇਆ ਗਿਆ, ਜਿਸ ਨੂੰ ਕਿ ਹਟਾਇਆ ਜਾ ਰਿਹਾ ਸੀ ਸਵੇਰ ਤੋਂ ਹੀ, ਜਿੱਥੇ ਕਿ ਹੁਣ ਪਾਣੀ ਘੱਟ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਬੇ ਦੇ ਵੱਲੋਂ ਜੋ ਸਿਰਫ ਜ਼ਰੂਰੀ ਟਰੈਵਲ ਦੇ ਵਾਸਤੇ ਦੱਸਿਆ ਗਿਆ ਹੈ ਉਹ ਹਾਈਵੇ 1 ਦੇ ਉੱਤੇ ਲਾਗੂ ਨਹੀਂ ਹੁੰਦਾ, ਪਰ ਹਾਈਵੇ 1 ਦੇ ਉੱਤੇ ਇਹ ਜ਼ਰੂਰ ਹੈ ਕਿ ਹੁਣ ਰਫ਼ਤਾਰ ਦੀ ਸੀਮਾ ਪਹਿਲਾਂ ਨਾਲੋਂ ਥੋੜੀ ਘੱਟ ਕੀਤੀ ਗਈ ਹੈ, ਜੋ ਕਿ ਕੁਝ ਸਮੇਂ ਲਈ ਹੀ ਕੀਤੀ ਗਈ ਹੈ ਹੜ੍ਹਾਂ ਦੇ ਕਰਕੇ। ਮੈਂ ਹਾਂ ਜਗਰੂਪ ਬਰਾੜ, MLA ਸਰੀ ਫਲੀਟਵੁੱਡ। ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਅਤੇ ਫਾਰਮਰਜ਼ ਦੇ ਲਈ ਅੱਜ 2 ਦਸੰਬਰ 2021 ਦੇ ਅਪਡੇਟਸ ਇਸ ਪ੍ਰਕਾਰ ਹਨ। ਮੌਸਮ ਦੀ ਤਾਜ਼ਾ ਜਾਣਕਾਰੀ। BC ਵਿੱਚ ਲੜੀਵਾਰ ਆਏ ਤੂਫਾਨਾਂ ਦਾ ਹੁਣ ਆਖਰੀ ਦੌਰ ਚੱਲ ਰਿਹਾ ਹੈ ਔਰ ਹੜ੍ਹਾਂ ਦੇ ਕਾਰਨ ਸਾਡੇ ਦਰਿਆ ਪੂਰੀ ਤਰ੍ਹਾਂ ਭਰ ਚੁੱਕੇ ਹਨ। ਹੁਣ ਸਮੁੰਦਰ ਦੇ ਨੇੜੇ ਦੇ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਹੌਲੀ-ਹੌਲੀ ਹੇਠਾਂ ਆਉਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਕੁਝ ਇਲਾਕਿਆਂ ਵਿੱਚ ਪਾਣੀ ਹਲੇ ਵੀ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਇਹਨਾਂ ਇਲਾਕਿਆਂ ਦੇ ਵਿੱਚ ਸ਼ਾਮਲ ਹਨ ਸੀ ਟੂ ਸਕਾਈ, ਫਰੇਜ਼ਰ ਵੈਲੀ, ਕੋਲਡ ਵਾਟਰ, ਲੋਅਰ ਨਿਕੋਲਾ, ਤੁਲਾਮੀਨ ਅਤੇ ਸਮਿਲਕਮੀਨ ਰਿਵਰ। ਅਗਲੇ ਮੰਗਲਵਾਰ ਤੱਕ ਸੂਬੇ ਵਿੱਚ ਹਾਲਾਤ ਸਟੇਬਲ ਯਾਨੀ ਸਥਿਰ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਇਸ ਵੀਕਐਂਡ ਕੋਈ ਭਾਰੀ ਮੀਂਹ ਜਾਂ ਤੂਫਾਨ ਆਉਣ ਦੀ ਕੋਈ ਉਮੀਦ ਨਹੀਂ ਹੈ। ਨੂਕਸੈਕ ਦਰਿਆ ਦਾ ਪਾਣੀ ਹੁਣ ਫਲੱਡ ਲੈਵਲ ਤੋਂ ਕਰੀਬ 3.5 ਫੁੱਟ ਹੇਠਾਂ ਜਾ ਚੁੱਕਿਆ ਹੈ। ਇਸ ਕਰਕੇ ਨੂਕਸੈਕ ਦਰਿਆ ਤੋਂ ਹੁਣ ਕੋਈ ਖਤਰੇ ਦੀ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਹੈ ਅਤੇ ਨਾ ਹੀ ਅਗਲੇ ਹਫ਼ਤੇ ਕਿਸੇ ਹੋਰ ਜਗ੍ਹਾ ਹੜ੍ਹ ਆਉਣ ਦੀ ਕੋਈ ਉਮੀਦ ਇਸ ਵੇਲੇ ਕੀਤੀ ਜਾ ਰਹੀ ਹੈ। ਨਤੀਜੇ ਵਜੋਂ ਫਲੱਡ ਵਾਰਨਿੰਗਸ ਅਤੇ ਫਲੱਡ ਵਾਚਸ ਅੱਜ ਜਾਂ ਘਟਾ ਦਿੱਤੀਆਂ ਜਾਣਗੀਆਂ ਜਾਂ ਮੁਕੰਮਲ ਤੌਰ ਦੇ ਉੱਤੇ ਸੂਬੇ ਦੇ ਵਿੱਚੋਂ ਹਟਾ ਦਿੱਤੀਆਂ ਜਾਣਗੀਆਂ। ਹਾਈਵੇ ਪ੍ਰਤੀ ਜਾਣਕਾਰੀ। ਕੋਈ ਵੀ ਟਰੈਵਲ ਕਰਨ ਤੋਂ ਪਹਿਲਾਂ ਬੰਦ ਕੀਤੀਆਂ ਸੜਕਾਂ ਅਤੇ ਹੋਰ ਸੰਬੰਧਿਤ ਜਾਣਕਾਰੀ ਲੈਣ ਵਾਸਤੇ ਡਰਾਈਵ BC ਤੇ ਜਾ ਕੇ ਲੇਟੈਸਟ ਜਾਣਕਾਰੀ ਜ਼ਰੂਰ ਲਓ, ਜਿਸ ਨੂੰ ਲਗਾਤਾਰ ਸੂਬਾ ਸਰਕਾਰ ਦੇ ਵੱਲੋਂ ਅਪਡੇਟ ਕੀਤਾ ਜਾ ਰਿਹਾ ਹੈ। ਆਪਣੇ ਵਹੀਕਲ ਦੇ ਟਾਇਰ ਜਲਦੀ ਤੋਂ ਜਲਦੀ ਬਦਲ ਕੇ ਵਿੰਟਰ ਟਾਇਰ ਜ਼ਰੂਰ ਪਵਾ ਲਵੋ ਅਤੇ ਨਾਲ ਹੀ ਆਪਣੀ ਜਿਹੜੀ ਕਾਰ ਦੇ ਵਿੱਚ ਇੱਕ ਐਮਰਜੈਂਸੀ ਕਿੱਟ ਹੈ ਉਹਨੂੰ ਜ਼ਰੂਰ ਰੱਖੋ ਕੋਈ ਵੀ ਟਰੈਵਲ ਕਰਨ ਤੋਂ ਪਹਿਲਾਂ। ਅੱਜ ਬਾਅਦ ਦੁਪਹਿਰ ਅਸੀਂ ਹਾਈਵੇ 1 ਨੂੰ ਲੋਅਰ ਮੇਨਲੈਂਡ ਤੋਂ ਹੋਪ ਤੱਕ ਖੋਲ੍ਹ ਦਿਆਂਗੇ। ਇੱਥੇ ਯਾਦ ਰਹੇ ਕਿ ਰਿਪੇਅਰ ਵਰਕ ਹਲੇ ਚੱਲ ਰਿਹਾ ਹੈ, ਇਸ ਕਰਕੇ ਇੱਥੇ ਬ੍ਰਾਈਡਲ ਫਾਲ ਦੇ ਨੇੜੇ ਕੁਝ ਡਿਲੇ ਜਿਹੜੀ ਉਹ ਹੋ ਸਕਦੀ ਹੈ। ਫਾਰਮਰਸ ਦੇ ਲਈ ਜਾਣਕਾਰੀ। ਕੱਲ੍ਹ ਸੂਬੇ ਦੇ ਐਗਰੀਕਲਚਰ ਮਿਨਿਸਟਰ ਲੈਣਾ ਪਾਪਮ ਜੀ ਅਤੇ ਫੈਡਰਲ ਮਿਨਿਸਟਰ ਮੈਰੀ ਕਲੌਟ ਬੀਬੋ ਜੀ
ਨੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਫਾਰਮਰਸ ਦੀ ਰਿਕਵਰੀ ਲਈ ਐਗਰੀ ਰਿਕਵਰੀ ਪੈਕੇਜ ਬਾਰੇ ਗੱਲਬਾਤ ਕੀਤੀ ਹੈ। ਔਰ ਇਹਦੇ ਨਾਲ ਇਸ ਸਮੇਂ ਸੂਬਾ ਸਰਕਾਰ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਔਰ ਵਿਸ਼ੇਸ਼ ਕਰਕੇ ਜਿਹੜੇ ਫਾਰਮਰਸ ਨੇ ਉਹਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ, ਉਹਨਾਂ ਦੇ ਹਾਲਾਤ ਜਾਣਨ ਵਾਸਤੇ, ਤਾਂ ਕਿ ਅਸੀਂ ਬਿਹਤਰੀਨ ਪਲਾਨ ਲੋਕਾਂ ਸਾਹਮਣੇ ਪੇਸ਼ ਕਰ ਸਕੀਏ। ਇਨ ਦੀ ਮੀਨ ਟਾਈਮ ਜਿਨ੍ਹਾਂ ਫਾਰਮਰ ਦਾ ਫਸਲ ਮਰਨ ਕਰਕੇ ਜਾਂ ਲਾਈਵ ਸਟਾਕ ਪਸ਼ੂ ਮਰਨ ਕਰਕੇ ਇਨਕਮ ਘਟੀ ਹੈ, ਉਹ ਇਸ ਵੇਲੇ 2021 ਦੇ ਜਿਹੜੇ ਫੈਡਰਲ ਪ੍ਰੋਵਿੰਸ਼ੀਅਲ ਐਗਰੀ ਸਟੇਬਿਲਿਟੀ ਪ੍ਰੋਗਰਾਮ ਹੈਗਾ ਉਹਦੇ ਵਿੱਚ ਮਦਦ ਲਈ ਅਪਲਾਈ ਕਰ ਸਕਦੇ ਹਨ। ਇਸ ਪ੍ਰੋਗਰਾਮ ਵਿੱਚ ਐਨਰੋਲ ਕਰਨ ਦੇ ਲਈ 31 ਦਸੰਬਰ 2022 ਤੱਕ ਇਹ ਕੀਤਾ ਜਾ ਸਕਦਾ ਹੈ। ਇਹ ਸਨ ਅੱਜ 2 ਦਸੰਬਰ 2021 ਦੇ ਅਪਡੇਟਸ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਲਈ। ਕੱਲ੍ਹ ਅਸੀਂ ਅਗਲੇ ਹਫ਼ਤੇ ਇੱਕ ਵਾਰੀ ਫੇਰ ਜਿਹੜੇ ਹੈਗੇ ਅਗਲੇ ਅਪਡੇਟ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ।